ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕੈਨੇਡਾ ਕਰੇਗਾ 4 ਲੱਖ ਤੋਂ ਵੱਧ ਪੀਆਰ ਦਾ ਸਵਾਗਤ। ਭਾਰਤ ਤੋਂ 68,000 ਤੋਂ ਵੱਧ ਲੋਕ ਪੀਆਰ। ਯਾਤਰੀਆਂ ਤੇ ਲਾਗੂ ਹੋਣਗੇ ਨਵੇਂ ਨਿਯਮ। ਮੁਆਵਜ਼ੇ ਬਾਰੇ ਕੀਤੇ ਗਏ ਬਦਲਾਅ। ਬੈਂਕ ਆਫ ਕੈਨੇਡਾ ਨੇ ਕੀਤਾ ਵਿਆਜ ਦਰਾਂ ਵਿੱਚ ਵਾਧਾ। ਵਿਆਜ ਦਰਾਂ ਵਧਾ ਕੇ 3.25% ਕੀਤੀਆਂ। ਆਈਫੋਨ 14 ਹੋਇਆ ਲਾਂਚ। ਜ਼ਬਰਦਸਤ ਫੀਚਰ ਕੀਤੇ ਗਏ ਸ਼ਾਮਿਲ। ਇਮੀਗ੍ਰੇਸ਼ਨ ਵਿਭਾਗ ਵੱਲੋਂ 4 ਲੱਖ ਤੋਂ ਵੱਧ ਪੀਆਰ ਦਾ ਸਵਾਗਤ ਕਰਨ ਸੰਬੰਧੀ ਜੋ ਟੀਚਾ ਤੈਅ ਕੀਤਾ ਗਿਆ ਹੈ, ਲੱਗਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਹੁਣ ਇਸ ਨੂੰ ਪੂਰਾ ਕਰ ਲਵੇਗਾ। ਹੁਣ ਤੱਕ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 3 ਲੱਖ ਨੂੰ ਪੀਆਰ ਦੇ ਦਿੱਤੀ ਗਈ ਹੈ। ਭਾਰਤ ਤੋਂ ਵੀ ਇੱਕ ਵੱਡਾ ਅੰਕੜਾ ਸਾਹਮਣੇ ਆਇਆ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਮਿਲੀ ਹੈ। 68,000 ਤੋਂ ਵੱਧ ਭਾਰਤੀ ਅਜਿਹੇ ਨੇ ਜਿਨ੍ਹਾਂ ਨੇ ਹੁਣ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਲਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪੀਆਰ ਦਾ ਜੋ ਕੋਟਾ ਤੈਅ ਕੀਤਾ ਗਿਆ ਹੈ ਉਸ ਨੂੰ ਪੂਰਾ ਕਰ ਲਿਆ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਟੀਚਾ ਤੈਅ ਕੀਤਾ ਗਿਆ ਕਿ ਉਹਨਾਂ ਵੱਲੋਂ ਰਿਕਾਰਡ 4,31,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਹੁਣ ਤਾਜ਼ਾ ਅੰਕੜੇ ਦੱਸਦੇ ਨੇ ਕਿ ਉਹ ਬਿਲਕੁਲ ਸਹੀ ਟਰੈਕ ਤੇ ਨੇ ਤਾਂ ਕਿ ਆਪਣਾ ਟੀਚਾ ਪੂਰਾ ਕੀਤਾ ਜਾ ਸਕੇ। 22 ਅਗਸਤ ਤੱਕ ਕੈਨੇਡਾ ਤੋਂ ਆਈ ਜਾਣਕਾਰੀ ਮੁਤਾਬਕ ਹੁਣ ਤੱਕ 30 ਲੱਖ ਨਵੇਂ ਪੀਆਰ ਕੈਨੇਡਾ ਵਿੱਚ ਵੈਲਕਮ ਕੀਤੇ ਗਏ। ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਪੀਆਰ ਕੀਤੇ ਜਾਣ ਵਾਲਿਆਂ ਦਾ ਅੰਕੜਾ ਸਾਂਝਾ ਕੀਤਾ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਨੇ ਹੁਣ ਤੱਕ 3 ਲੱਖ ਨਵੇਂ ਪੀਆਰ ਦਾ ਸਵਾਗਤ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਕੋਰੋਨਾ ਪੈਂਡੈਮਿਕ ਦਾ ਅਸਰ ਕੈਨੇਡਾ ਦੀ ਇਮੀਗ੍ਰੇਸ਼ਨ ਉੱਪਰ ਵੀ ਪਿਆ, ਪਰ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੂੰ ਮੁੜ ਲੀਹਾਂ ਦੇ ਉੱਪਰ ਲਿਆਉਣ ਸੰਬੰਧੀ ਇੱਕ ਟਾਰਗੇਟ ਤੈਅ ਕੀਤਾ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਹਰ ਸਾਲ 4 ਲੱਖ ਤੋਂ ਵੱਧ ਪੀਆਰ ਦਾ ਸਵਾਗਤ ਕੀਤਾ ਜਾਵੇਗਾ। ਜੂਨ ਮਹੀਨੇ ਦੇ ਆਖਿਰ ਤੱਕ ਕੈਨੇਡਾ ਵਿੱਚ ਨਵੇਂ 2,31,620 ਇਮੀਗ੍ਰੈਂਟਸ ਲੈਂਡ ਹੋਏ ਨੇ। ਕੈਨੇਡਾ ਵੱਲੋਂ 2 ਮਹੀਨਿਆਂ ਦੇ ਵਿੱਚ 68,000 ਪੀਆਰ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਵੀ ਡਿਟੇਲ ਸਾਂਝੀ ਕੀਤੀ ਗਈ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਕਿਹੜੇ ਅਜਿਹੇ ਦੇਸ਼ ਨੇ ਜਿਹੜੇ ਇਮੀਗ੍ਰੇਸ਼ਨ ਵਾਸਤੇ ਅਹਿਮ ਰੋਲ ਅਦਾ ਕਰਦੇ ਨੇ। ਪਹਿਲਾਂ ਗੱਲ ਕਰਦੇ ਹਾਂ ਭਾਰਤ ਦੀ, ਜਿੱਥੋਂ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਆਉਣ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਸਾਲ ਦੇ ਪਹਿਲੇ ਹਾਫ ਵਿੱਚ ਭਾਰਤ ਤੋਂ ਕੈਨੇਡਾ ਵਿੱਚ 68,280 ਪੀਆਰ ਆਉਣ ਦਾ ਅੰਕੜਾ ਸਾਂਝਾ ਕੀਤਾ ਗਿਆ ਹੈ। ਚਾਈਨਾ ਤੋਂ 16,540, ਫਿਲੀਪੀਨਸ ਤੋਂ 12,630, ਅਫਗਾਨਿਸਤਾਨ ਤੋਂ 11,415, ਨਾਈਜੀਰੀਆ ਤੋਂ 10,080, ਈਰਾਨ ਤੋਂ 6,425, ਫਰਾਂਸ ਤੋਂ 6,280, ਯੂਐਸ ਤੋਂ 6,025, ਪਾਕਿਸਤਾਨ ਤੋਂ 5,505, ਬ੍ਰਾਜ਼ੀਲ ਤੋਂ 4,810 ਦਾ ਅੰਕੜਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਂਝਾ ਕੀਤਾ ਗਿਆ। ਯਾਤਰੀਆਂ ਵਾਸਤੇ ਮੁਆਵਜ਼ੇ ਸੰਬੰਧੀ ਜਿਹੜੇ ਨਿਯਮ ਨੇ ਉਹਨਾਂ ਵਿੱਚ ਹੁਣ ਬਦਲਾਅ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਯਮਾਂ ਦੇ ਵਿੱਚ ਹੁਣ ਬਦਲਾਅ ਕੀਤਾ ਜਾ ਰਿਹਾ ਹੈ। ਇਸ ਦੇ ਵਿੱਚ ਕਿਹੜੇ ਬਦਲਾਅ ਕੀਤੇ ਗਏ ਨੇ ਤੇ 에ਅਰਲਾਈਨਸ ਵੱਲੋਂ ਇਸ ਬਾਰੇ ਕੀ ਕਿਹਾ ਜਾ ਰਿਹਾ ਹੈ, ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ। ਹਵਾਈ ਯਾਤਰੀਆਂ ਵਾਸਤੇ ਨਵੇਂ ਨਿਯਮ ਐਲਾਨ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਵੇਂ ਨਿਯਮ ਲਿਆਂਦੇ ਜਾ ਰਹੇ ਹਨ। ਜੀ ਹਾਂ, ਹਵਾਈ ਯਾਤਰੀਆਂ ਵਾਸਤੇ ਰਿਫੰਡ ਸੰਬੰਧੀ ਨਵੇਂ ਨਿਯਮ ਇਸ ਹਫ਼ਤੇ ਤੋਂ ਲਾਗੂ ਹੋਣਗੇ। ਇਸ ਦੇ ਨਾਲ ਹੀ 에ਅਰਲਾਈਨਸ ਵੱਲੋਂ ਇਹਨਾਂ ਨਵੇਂ ਨਿਯਮਾਂ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਗਏ ਨੇ। ਸਾਲ 2019 ਤੋਂ ਹੀ ਫੈਡਰਲ ਨਿਯਮਾਂ ਮੁਤਾਬਕ ਜਿਹੜੀਆਂ ਸਥਿਤੀਆਂ 에ਅਰਲਾਈਨ ਦੇ ਇਖਤਿਆਰ ਵਿੱਚ ਹੁੰਦੀਆਂ ਹਨ, ਉਹਨਾਂ ਕਰਕੇ ਜੇ ਫਲਾਈਟ ਦੇਰੀ ਹੁੰਦੀ ਹੈ ਜਾਂ ਫਿਰ ਫਲਾਈਟ ਰੱਦ ਹੁੰਦੀ ਹੈ ਤਾਂ 에ਅਰਲਾਈਨਾਂ ਯਾਤਰੀਆਂ ਨੂੰ ਮੁਆਵਜ਼ਾ ਦਿੰਦੀਆਂ ਨੇ। 8 ਸਤੰਬਰ ਤੋਂ ਲਾਗੂ ਹੋ ਰਹੇ ਨਵੇਂ ਨਿਯਮਾਂ ਮੁਤਾਬਕ ਜੇ ਫਲਾਈਟ ਦੇ ਰੱਦ ਹੋਣ ਜਾਂ ਫਿਰ ਬਹੁਤ ਜ਼ਿਆਦਾ ਦੇਰੀ ਹੋਣ ਤੇ ਯਾਤਰੀਆਂ ਨੂੰ 48 ਘੰਟਿਆਂ ਦੇ ਅੰਦਰ ਕਿਸੇ ਦੂਸਰੀ ਉਪਲਬਧ ਫਲਾਈਟ ਵਾਸਤੇ ਬੁੱਕ ਨਹੀਂ ਕੀਤਾ ਜਾ ਸਕਦਾ ਤਾਂ 에ਅਰਲਾਈਨ ਨੂੰ ਯਾਤਰੀਆਂ ਨੂੰ ਰਿਫੰਡ ਦੇਣਾ ਪਵੇਗਾ। ਫਿਰ ਭਾਵੇਂ ਫਲਾਈਟ ਦੇਰੀ ਨਾਲ ਹੋਵੇ ਜਾਂ ਫਿਰ ਰੱਦ ਹੋਣਾ 에ਅਰਲਾਈਨ ਦੀ ਗਲਤੀ ਕਰਕੇ ਨਾ ਹੋਇਆ ਹੋਵੇ। ਦੱਸਿਆ ਜਾ ਰਿਹਾ ਕਿ ਜਿਸ ਵੇਲੇ ਪੈਂਡੈਮਿਕ ਕਾਰਨ 에ਅਰਲਾਈਨਸ ਨੂੰ ਫਲਾਈਟਾਂ ਰੱਦ ਕਰਨੀਆਂ ਪਈਆਂ ਸਨ ਤਾਂ ਯਾਤਰੀਆਂ ਨੂੰ ਰਿਫੰਡ ਦੇਣ ਤੋਂ ਇਹਨਾਂ 에ਅਰਲਾਈਨਸ ਵੱਲੋਂ ਇਨਕਾਰ ਕਰ ਦਿੱਤਾ ਗਿਆ। ਉਦੋਂ ਨਿਯਮਾਂ ਦੇ ਵਿੱਚ ਗੜਬੜੀ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਕਿ ਨਵੇਂ ਨਿਯਮਾਂ ਅਧੀਨ ਮੌਸਮ ਕਾਰਨ ਹੋਣ ਵਾਲੀ ਦੇਰੀਆਂ ਫਿਰ ਲੇਬਰ ਵਿਵਾਦ ਵਰਗੇ ਮੁੱਦੇ ਵੀ ਹੱਲ ਕੀਤੇ ਜਾਣਗੇ। ਪਰ ਹੁਣ ਕੁਝ ਐਕਸਪਰਟਸ ਇਹਨਾਂ ਨਵੇਂ ਨਿਯਮਾਂ ਨੂੰ ਲੈ ਕੇ ਬਹੁਤ ਆਸਵੰਦ ਨਹੀਂ ਨੇ। ਕਿਊਬੈਕ ਦੇ ਵਿੱਚ ਇੱਕ ਐਡਵੋਕੇਸੀ ਗਰੁੱਪ ਨਾਲ ਜੁੜੀ ਵਕੀਲ ਵੱਲੋਂ ਇਸ ਬਾਰੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ 48 ਘੰਟਿਆਂ ਦਾ ਸਮਾਂ ਮੁਸਾਫਿਰਾਂ ਵਾਸਤੇ ਅਜੇ ਵੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਦੱਸ ਦਈਏ ਕਿ ਹਵਾਈ ਯਾਤਰੀਆਂ ਦੇ ਅਧਿਕਾਰਾਂ ਦੇ ਐਕਸਪਰਟ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਦੱਸਿਆ ਕਿ ਨਵੇਂ ਨਿਯਮ ਪੁਰਾਣੇ ਨਿਯਮਾਂ ਵਿੱਚ ਸੁਧਾਰ ਜ਼ਰੂਰ ਲਿਆਉਣਗੇ, ਪਰ ਸੀਟੀਏ ਨੂੰ 에ਅਰਲਾਈਨਾਂ ਪ੍ਰਤੀ ਸਖਤੀ ਕਰਨ ਦੀ ਵੀ ਜ਼ਰੂਰਤ ਹੈ। ਸੀਟੀਏ ਦਾ ਕਹਿਣਾ ਹੈ ਕਿ 에ਅਰਲਾਈਨਾਂ ਵੱਲੋਂ ਮੁਆਵਜ਼ੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਹਨਾਂ ਕੋਲ ਯਾਤਰੀਆਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਵੱਡਾ ਬੈਕਲੌਗ ਜਮ੍ਹਾਂ ਹੋ ਗਿਆ ਹੈ। ਹੁਣ ਜਲਦ ਹੀ ਯਾਤਰੀਆਂ ਦੇ ਉੱਪਰ ਇਹ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ, ਜੋ ਕਿ 에ਅਰਲਾਈਨ ਸੰਬੰਧੀ ਲਿਆਂਦੇ ਜਾ ਰਹੇ ਨੇ। ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਲਗਾਤਾਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਈਆਂ ਜਾ ਰਹੀਆਂ ਨੇ। ਪਹਿਲਾਂ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਸੀ। ਹੁਣ ਵਿਆਜ ਦਰਾਂ ਵਧਾ ਕੇ 3.25% ਕਰ ਦਿੱਤੀਆਂ ਗਈਆਂ ਨੇ। ਬੈਂਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਸੰਬੰਧੀ ਇਹ ਕਦਮ ਚੁੱਕਿਆ ਜਾ ਰਿਹਾ ਹੈ। ਹੁਣ ਲੱਗਦਾ ਹੈ ਕਿ ਘਰਾਂ ਦੀ ਸੇਲ ਦੇ ਉੱਪਰ ਵੀ ਇੱਕ ਵਾਰ ਫਿਰ ਤੋਂ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ। ਬੈਂਕ ਵੱਲੋਂ ਵਿਆਜ ਦਰਾਂ ਵਧਾ ਕੇ 3.25% ਕਰ ਦਿੱਤੀਆਂ ਗਈਆਂ ਨੇ। ਕਿਹਾ ਜਾ ਰਿਹਾ ਹੈ ਕਿ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਸੰਬੰਧੀ ਹੁਣ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ। ਜੀ ਹਾਂ, ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ 0.75% ਦਾ ਵਾਧਾ ਕੀਤਾ ਹੈ। ਹੁਣ ਬੈਂਚਮਾਰਕ ਵਿਆਜ ਦਰ 3.75% ਹੋ ਗਈ ਹੈ। ਇਹ ਕਦਮ ਦੇਸ਼ ਦੇ ਵਿੱਚ ਮਹਿੰਗਾਈ ਨੂੰ ਕਾਬੂ ਕਰਨ ਸੰਬੰਧੀ ਚੁੱਕਿਆ ਗਿਆ। ਦੱਸ ਦਈਏ ਕਿ ਕੋਵਿਡ ਪੈਂਡੇਮਿਕ ਦੇ ਸਮੇਂ ਅਰਥਚਾਰੇ ਨੂੰ ਲੀਹ ਤੇ ਰੱਖਣ ਵਾਸਤੇ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਤਕਰੀਬਨ 0 ਕਰ ਦਿੱਤੀਆਂ ਗਈਆਂ, ਜਿਸ ਕਾਰਨ ਲੋਕਾਂ ਨੂੰ ਸਸਤਾ ਕਰਜ਼ ਉਪਲਬਧ ਹੋਇਆ ਤੇ ਨਤੀਜੇ ਵਜੋਂ ਮਹਿੰਗਾਈ ਰਿਕਾਰਡ ਪੱਧਰ ਦੇ ਉੱਪਰ ਪਹੁੰਚ ਗਈ। ਇਸ ਮਹਿੰਗਾਈ ਨੂੰ ਕਾਬੂ ਕਰਨ ਵਾਸਤੇ ਸਾਲ ਦੀ ਸ਼ੁਰੂਆਤ ਤੋਂ ਹੀ ਬੈਂਕ ਨੇ ਵਿਆਜ ਦਰਾਂ ਵਧਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਸਾਲ ਦੇ ਸ਼ੁਰੂ ਵਿੱਚ ਵਿਆਜ ਦਰ 0.25% ਸੀ, ਜੋ ਕਿ ਅੱਜ ਦੇ ਫੈਸਲੇ ਤੋਂ ਬਾਅਦ 3.25% ਹੋ ਗਈ ਹੈ। ਪਿਛਲੇ ਸਾਲ ਕੈਨੇਡਾ ਵਿੱਚ ਸਾਲਾਨਾ ਮਹਿੰਗਾਈ ਦਰ 30 ਸਾਲਾਂ ਦੇ ਰਿਕਾਰਡ ਪੱਧਰ ਜਾਣੀ ਕਿ 8.1% ਦੇ ਉੱਪਰ ਪਹੁੰਚ ਗਈ। ਪਰ ਬੈਂਕ ਨੇ ਕਿਹਾ ਕਿ ਮਹਿੰਗਾਈ ਦੇ ਵਿੱਚ ਇਹ ਕਮੀ ਮੁੱਖ ਤੌਰ ਦੇ ਉੱਪਰ ਗੈਸ ਦੀਆਂ ਕੀਮਤਾਂ ਵਿੱਚ ਕਮੀ ਆਉਣ ਕਾਰਨ ਦਰਜ ਕੀਤੀ ਗਈ, ਜਦਕਿ ਆਰਥਿਕਤਾ ਵਿੱਚ ਬਾਕੀ ਚੀਜ਼ਾਂ ਤੇ ਸੇਵਾਵਾਂ ਦੀਆਂ ਕੀਮਤਾਂ ਵੀ ਜੋੜੀਆਂ ਗਈਆਂ। ਬੈਂਕ ਨੇ ਕਿਹਾ ਕਿ ਉਹ ਕੀਮਤਾਂ ਵਿੱਚ ਸਥਿਰਤਾ ਲਿਆਉਣ ਵਾਸਤੇ ਵਚਨਬੱਧ ਨੇ ਤੇ 2% ਮਹਿੰਗਾਈ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਲੋੜ ਮੁਤਾਬਕ ਕਦਮ ਚੁੱਕੇ ਜਾਂਦੇ ਰਹਿਣਗੇ। ਆਈਫੋਨ 14 ਦਾ ਇੰਤਜ਼ਾਰ ਕਰਨ ਵਾਲਿਆਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ। ਆਈਫੋਨ 14 ਕਿਸ ਤਰ੍ਹਾਂ ਦਾ ਦਿਖਦਾ ਹੈ, ਇਹ ਹੁਣ ਇਵੈਂਟ ਦੇ ਵਿੱਚ ਖੁਲਾਸਾ ਕਰ ਦਿੱਤਾ ਗਿਆ। 4 ਮਾਡਲ ਜਿਹੜੇ ਨੇ ਆਈਫੋਨ 14 ਦੇ ਐਪਲ ਵੱਲੋਂ ਇਵੈਂਟ ਦੇ ਵਿੱਚ ਲਾਂਚ ਕੀਤੇ ਗਏ। ਇਸ ਤੋਂ ਇਲਾਵਾ ਵਾਚ ਅਤੇ ਨਵੇਂ ਜਿਹੜੇ 에ਅਰਪੌਡ ਨੇ ਉਹ ਵੀ ਲਾਂਚ ਕਰ ਦਿੱਤੇ ਗਏ ਹਨ। ਆਈਫੋਨ 13 ਤੇ 14 ਦੀ ਕੀਮਤ ਦੇ ਵਿੱਚ ਬਹੁਤਾ ਬਦਲਾਵ ਨਹੀਂ ਕੀਤਾ ਗਿਆ। ਦਿੱਖ ਦੇ ਵਿੱਚ ਵੀ ਇਹ ਬਹੁਤੇ ਨਹੀਂ ਬਦਲੇ ਗਏ, ਪਰ ਬਹੁਤ ਸਾਰੇ ਅਜਿਹੇ ਜ਼ਬਰਦਸਤ ਫੀਚਰ ਨੇ ਜਿਹੜੇ ਆਈਫੋਨ 14 ਦੇ ਵਿੱਚ ਹੁਣ ਸ਼ਾਮਿਲ ਕੀਤੇ ਗਏ ਨੇ। ਇਵੈਂਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿੱਚ ਕ੍ਰੈਸ਼ ਡਿਟੈਕਟਰ, ਇਸ ਦੇ ਵਿੱਚ ਇੱਕ ਜੋ ਸੈਟੇਲਾਈਟ ਦੇ ਨਾਲ ਜੋੜਨ ਦੀ SOS ਨੂੰ ਗੱਲ ਕਹੀ ਗਈ ਹੈ। ਇਸ ਤਰ੍ਹਾਂ ਦੇ ਜਿਹੜੇ ਫੀਚਰਸ ਨੇ ਉਹਨਾਂ ਨੂੰ ਆਈਫੋਨ 14 ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੁਣ ਇਸ ਖਬਰ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਕਿ ਕਦੋਂ ਇਸ ਦੀ ਸੇਲ ਸ਼ੁਰੂ ਹੋਵੇਗੀ, ਆਈਫੋਨ ਦੇ ਵਾਸਤੇ ਤੁਸੀਂ ਕਦੋਂ ਪ੍ਰੀ ਆਰਡਰ ਕਰ ਸਕਦੇ ਹੋ ਤੇ ਕਿਹੜੇ-ਕਿਹੜੇ ਫੀਚਰ ਇਸ ਫੋਨ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਐਪਲ ਵੱਲੋਂ ਅੱਜ ਆਈਫੋਨ 14 ਲਾਂਚ ਕਰ ਦਿੱਤਾ ਗਿਆ ਹੈ। ਆਈਫੋਨ 14 ਦੇ ਵਿੱਚ ਐਪਲ ਵੱਲੋਂ ਹੁਣ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਨੇ। ਆਈਫੋਨ 14 ਪ੍ਰੋ ਦੀ ਕੀਮਤ 1,29,900 ਤੋਂ ਸ਼ੁਰੂ ਹੋ ਰਹੀ ਹੈ ਤੇ ਆਈਫੋਨ 14 ਦੀ ਕੀਮਤ 79,900 ਦੱਸੀ ਗਈ। ਦੱਸ ਦਈਏ ਕਿ ਅੱਜ ਦੇ ਐਪਲ ਇਵੈਂਟ ਦੇ ਵਿੱਚ ਆਈਫੋਨ 14 ਸੀਰੀਜ਼, ਨਵੀਂ ਵਾਚ ਸੀਰੀਜ਼ 8, ਨਵੀਂ ਜਨਰੇਸ਼ਨ ਦੇ 에ਅਰਪੌਡ ਪ੍ਰੋ ਲਾਂਚ ਕੀਤੇ ਗਏ ਹਨ। ਇਸ ਇਵੈਂਟ ਦੀ ਸ਼ੁਰੂਆਤ ਐਪਲ CEO ਵੱਲੋਂ ਕੀਤੀ ਗਈ। ਇਸ ਇਵੈਂਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ 14 ਦੀ ਕੀਮਤ 79,900, ਆਈਫੋਨ 14 ਪਲੱਸ ਦੀ ਕੀਮਤ 99,900, ਆਈਫੋਨ 14 ਪ੍ਰੋ ਦੀ 1,29,900 ਅਤੇ ਆਈਫੋਨ 14 ਪ੍ਰੋ ਮੈਕਸ ਦੀ ਕੀਮਤ 1,39,900 ਹੋਵੇਗੀ। ਤੇ ਜੇਕਰ ਇਸ ਦੀ ਕੀਮਤ ਡਾਲਰ ਦੇ ਵਿੱਚ ਦੱਸੀਏ ਤਾਂ ਸੀਰੀਜ਼ 8 ਜੋ ਕਿ ਸੈਲੂਲਰ ਦੇ ਨਾਲ ਹੈ, ਉਸ ਦੀ ਕੀਮਤ $499 ਅਤੇ SE ਦੀ $299 ਹੋਣ ਜਾ ਰਹੀ ਹੈ। ਆਈਫੋਨ 14 ਦੀ ਕੀਮਤ $799, ਆਈਫੋਨ 14 ਪਲੱਸ ਦੀ ਕੀਮਤ $899 ਹੋਵੇਗੀ। ਇਸ ਤੋਂ ਬਾਅਦ ਆਈਫੋਨ 14 ਪ੍ਰੋ ਦੀ ਕੀਮਤ $999, ਆਈਫੋਨ 14 ਪ੍ਰੋ ਮੈਕਸ ਦੀ ਕੀਮਤ $1,099 ਤੋਂ ਸ਼ੁਰੂ ਹੋਵੇਗੀ। ਹੁਣ ਗੱਲ ਕਰਦੇ ਹਾਂ ਕਿ ਇਹਨਾਂ ਵਿੱਚ ਕਿਹੜੇ ਨਵੇਂ ਖਾਸ ਫੀਚਰ ਸ਼ੁਰੂ ਕੀਤੇ ਗਏ ਨੇ।
ਆਈਫੋਨ 14 ਪ੍ਰੋ ਦੇ ਵਿੱਚ 48 ਮੈਗਾਪਿਕਸਲ ਦਾ ਮੇਨ ਕੈਮਰਾ ਹੋਵੇਗਾ, ਜਿਸ ਦੀ ਸੇਲ 16 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਇੱਕ ਡਾਇਨਾਮਿਕ ਆਈਲੈਂਡ ਨੌਚ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਕਿ ਤੁਹਾਡੀਆਂ ਐਕਟੀਵਿਟੀਜ਼ ਦੇ ਆਧਾਰ ਦੇ ਉੱਪਰ ਬਦਲਦੀ ਰਹੇਗੀ। ਉਦਾਹਰਣ ਦੇ ਤੌਰ ਦੇ ਉੱਪਰ ਜੇਕਰ ਤੁਹਾਡਾ ਮਿਊਜ਼ਿਕ ਐਪ ਖੁੱਲਾ ਹੈ ਤਾਂ ਇਸ ਦੇ ਉੱਪਰ ਐਨੀਮੇਸ਼ਨ ਨਜ਼ਰ ਆਵੇਗਾ। ਇਸ ਤੋਂ ਇਲਾਵਾ ਆਈਫੋਨ 14 ਤੇ ਆਈਫੋਨ 14 ਪਲੱਸ ਦੇ ਵਿੱਚ A15 ਬਾਇਓਨਿਕ ਚਿਪਸੈਟ ਦੀ ਜਾਣਕਾਰੀ ਦਿੱਤੀ ਗਈ ਹੈ। ਐਪਲ ਦਾ ਦਾਅਵਾ ਹੈ ਕਿ ਹੁਣ ਉਹਨਾਂ ਵੱਲੋਂ ਆਪਣੇ ਕੈਮਰੇ ਦੇ ਵਿੱਚ ਹੋਰ ਵੀ ਸੁਧਾਰ ਕੀਤਾ ਗਿਆ ਹੈ। ਇਸ ਵਿੱਚ ਕ੍ਰੈਸ਼ ਡਿਟੈਕਸ਼ਨ ਦਾ ਫੀਚਰ ਵੀ ਸ਼ਾਮਿਲ ਕੀਤਾ ਗਿਆ, ਜੋ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਮਿਲ ਕੀਤਾ ਗਿਆ ਹੈ। ਇਹ ਵੀ ਗੱਲ ਕਹੀ ਗਈ ਹੈ ਕਿ US ਦੇ ਮਾਡਲਸ ਦੇ ਵਿੱਚ ਉਹਨਾਂ ਵੱਲੋਂ ਹੁਣ SIM ਟਰੇ ਹਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਬੜਾ ਹੀ ਅਨੋਖਾ ਫੀਚਰ ਐਪਲ ਵੱਲੋਂ ਇਸ ਵਾਰ ਆਪਣੇ ਫੋਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਉਹ ਫੀਚਰ ਹੈ ਐਮਰਜੈਂਸੀ SOS ਵਾਇਆ ਸੈਟੇਲਾਈਟ। ਫਿਲਹਾਲ ਇਸ ਦੀ ਸ਼ੁਰੂਆਤ US ਅਤੇ ਕੈਨੇਡਾ ਦੇ ਵਿੱਚ ਹੋਵੇਗੀ। ਹੁਣ ਗੱਲ ਕਰਦੇ ਹਾਂ ਐਪਲ ਵੱਲੋਂ ਜੋ ਈਵੈਂਟ ਦੇ ਵਿੱਚ ਹੋਰ ਗੈਜਟ ਲਾਂਚ ਕੀਤੇ ਗਏ। ਇਸ ਈਵੈਂਟ ਦੇ ਵਿੱਚ ਐਪਲ ਵਾਚ ਸੀਰੀਜ਼ 8 ਲਾਂਚ ਕੀਤੀ ਗਈ ਹੈ, ਜਿਸ ਦੀ ਕੀਮਤ 45,900 ਸੀਰੀਜ਼ 8 ਦੇ ਵਾਸਤੇ ਦੱਸੀ ਗਈ ਹੈ ਤੇ SE 2 ਦੀ ਕੀਮਤ 29,900 ਹੋਵੇਗੀ। ਭਾਰਤ ਦੇ ਵਿੱਚ 에ਅਰਪੌਡ ਪ੍ਰੋ 26,900 ਰੁਪਏ ਦੇ ਉੱਪਰ ਉਪਲਬਧ ਹੋਣਗੇ, ਜਿਸ ਨੂੰ ਸਤੰਬਰ ਮਹੀਨੇ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਆਈਫੋਨ 14 ਦੀ ਭਾਰਤ ਦੇ ਵਿੱਚ 16 ਸਤੰਬਰ ਨੂੰ ਸੇਲ ਸ਼ੁਰੂ ਹੋਵੇਗੀ ਤੇ ਆਈਫੋਨ 14 ਪਲੱਸ 7 ਅਕਤੂਬਰ ਨੂੰ ਉਪਲਬਧ ਹੋਵੇਗਾ। ਆਈਫੋਨ 14 ਪ੍ਰੋ ਦੀਆਂ ਕੀਮਤਾਂ ਦੇ ਵਿੱਚ ਐਪਲ ਵੱਲੋਂ ਅਜੇ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ। ਸਿਰਫ ਇਸ ਦੀਆਂ ਕੀਮਤਾਂ ਡਾਲਰ ਦੇ ਵਿੱਚ ਹੀ ਦੱਸੀਆਂ ਗਈਆਂ। ਭਾਰਤ ਦੇ ਵਿੱਚ ਇਸ ਦੀਆਂ ਕੀ ਕੀਮਤਾਂ ਹੋਣਗੀਆਂ, ਇਸ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ। ਆਈਫੋਨ 14 ਤੇ ਆਈਫੋਨ 14 ਪਲੱਸ ਦੇ ਵਿੱਚ ਇੱਕ ਹੋਰ ਵੱਡਾ ਫੀਚਰ ਸ਼ਾਮਿਲ ਕੀਤਾ ਗਿਆ, ਜੋ ਕਿ ਕ੍ਰੈਸ਼ ਡਿਟੈਕਸ਼ਨ ਦਾ ਹੈ। ਇਸੇ ਤਰ੍ਹਾਂ ਦਾ ਫੀਚਰ ਵਾਚ ਸੀਰੀਜ਼ 8 ਦੇ ਵਿੱਚ ਵੀ ਨਜ਼ਰ ਆਵੇਗਾ। ਇੰਟਰਿਮ ਕੰਜ਼ਰਵੇਟਿਵ ਲੀਡਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਅਗਲੀ ਚੋਣ ਨਹੀਂ ਲੜਨਗੇ। ਖੁਦ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇੰਟਰਿਮ ਲੀਡਰ ਦਿਖਾਈ ਦਿੱਤੇ। ਦੱਸ ਦਈਏ ਕਿ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਲੀਡਰ ਹੁਣ ਚੁਣਿਆ ਜਾਣ ਵਾਲਾ ਹੈ। ਇਸ ਤੋਂ ਪਹਿਲਾਂ ਇੰਟਰਿਮ ਲੀਡਰ ਵੱਲੋਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇੰਟਰਿਮ ਕੰਜ਼ਰਵੇਟਿਵ ਲੀਡਰ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ। 2008 ਦੇ ਵਿੱਚ ਪਹਿਲੀ ਵਾਰ ਉਹ ਮੈਨੀਟੋਬਾ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ, ਜਿਸ ਤੋਂ ਬਾਅਦ ਕੈਂਡਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੁਣ ਅਗਲੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ। ਜੀ ਹਾਂ, ਇਸ ਦੇ ਨਾਲ ਹੀ ਦੱਸਿਆ ਗਿਆ ਕਿ ਇਸ ਵੀਕਐਂਡ ਨਵਾਂ ਪਾਰਟੀ ਲੀਡਰ ਚੁਣੇ ਜਾਣ ਤੋਂ ਬਾਅਦ ਉਹ ਬਤੌਰ MP ਬਰਕਰਾਰ ਰਹਿਣਗੇ। ਇਸ ਬਾਰੇ ਜੋ ਬਿਆਨ ਸਾਂਝਾ ਕੀਤਾ ਗਿਆ, ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਚੋਣ ਹਲਕੇ ਦੇ ਲੋਕਾਂ ਦੀ 14 ਸਾਲ ਤੱਕ ਸੇਵਾ ਕਰਨਾ ਮੇਰਾ ਰਾਜਨੀਤਿਕ ਜੀਵਨ ਦਾ ਮਾਣ ਰਿਹਾ ਹੈ ਤੇ ਹਾਊਸ ਆਫ ਕਾਮਨਸ ਵਿੱਚ ਉਹਨਾਂ ਦੀ ਆਵਾਜ਼ ਬਣਨ ਦਾ ਮੌਕਾ ਮਿਲਣ ਵਾਸਤੇ ਮੈਂ ਸਦਾ ਹੀ ਧੰਨਵਾਦੀ ਹਾਂ। 10 ਨੰਬਰ ਤੋਂ ਬਾਅਦ ਜੋ ਵੀ ਮੇਰੀ ਥਾਂ ਲਵੇਗਾ, ਮੈਂ ਉਸ ਦਾ ਪੂਰੇ ਦਿਲੋਂ ਸਮਰਥਨ ਕਰਾਂਗੀ। ਉਹ ਕਹਿੰਦੇ ਨੇ ਕਿ ਮੈਂ ਕੈਨੇਡਾ ਵਿੱਚ ਕੰਜ਼ਰਵੇਟਿਵ ਲਹਿਰ ਦੇ ਭਵਿੱਖ ਬਾਰੇ ਬਹੁਤ ਹੀ ਆਸਵੰਦ ਹਾਂ। ਜਦੋਂ ਕੰਜ਼ਰਵੇਟਿਵ ਮਜ਼ਬੂਤ ਅਤੇ ਇਕਜੁੱਟ ਹੁੰਦੇ ਹਨ ਤਾਂ ਉਹ ਜਿੱਤ ਜਾਂਦੇ ਨੇ। ਕੰਜ਼ਰਵੇਟਿਵ ਲੀਡਰਸ਼ਿਪ ਤੋਂ ਐਰੀਨੋ ਟੂਲ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੰਟਰਿਮ ਲੀਡਰ ਦੀ ਭੂਮਿਕਾ ਨਿਭਾਉਣ ਤੋਂ ਪਹਿਲਾਂ ਕੈਂਡਿਸ ਕੰਜ਼ਰਵੇਟਿਵ ਦੇ ਡਿਪਟੀ ਲੀਡਰ ਵੀ ਰਹਿ ਚੁੱਕੇ ਨੇ ਤੇ ਹਾਊਸ ਆਫ ਕਾਮਨਸ ਦੇ ਵਿੱਚ ਉਹ ਪਾਰਟੀ ਦੀਆਂ ਸਭ ਤੋਂ ਪ੍ਰਮੁੱਖ ਆਵਾਜ਼ਾਂ ਵਿੱਚੋਂ ਇੱਕ ਹਨ। ਦੱਸ ਦਈਏ ਕਿ ਸ਼ਨੀਵਾਰ ਨੂੰ ਹੁਣ ਪਾਰਟੀ ਦਾ ਨਵਾਂ ਲੀਡਰ ਚੁਣਿਆ ਜਾਵੇਗਾ। ਆਪਣੇ ਬਿਆਨ ਦੇ ਵਿੱਚ ਬਰਗਨ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਸਾਬਕਾ ਇੰਟਰਿਮ ਲੀਡਰ ਰੋਨਾ ਦੋਹਾਂ ਦਾ ਹੀ ਧੰਨਵਾਦ ਕੀਤਾ। ਉਹ ਕਹਿੰਦੇ ਨੇ ਕਿ ਮੈਂ ਹਰ ਉਸ ਲੀਡਰ ਦੀ ਸ਼ੁਕਰਗੁਜ਼ਾਰ ਹਾਂ ਜਿਸ ਨਾਲ ਮੈਂ ਕੰਮ ਕੀਤਾ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ। ਸਸਕੈਚੁਆਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ 10 ਵਿਅਕਤੀਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਬਾਰੇ ਪੁਲਿਸ ਲਗਾਤਾਰ ਅਪਡੇਟ ਸਾਂਝੀ ਕਰ ਰਹੀ ਹੈ ਤੇ ਸਸਕੈਚੁਆਨ ਦੇ ਵਿੱਚ RCMP ਵੱਲੋਂ ਦੱਸਿਆ ਗਿਆ ਕਿ ਜੋ ਮਾਮਲਾ ਸਾਹਮਣੇ ਆਇਆ ਸੀ ਉਸਦੇ ਪੀੜਤ ਕੌਣ ਸਨ, ਉਹਨਾਂ ਦੀ ਪਹਿਚਾਣ ਤੇ ਤਸਵੀਰਾਂ ਹੁਣ ਪੁਲਿਸ ਵਿਭਾਗ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ। ਸਸਕੈਚੁਆਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ 10 ਜਣਿਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ। ਉਹਨਾਂ ਨੇ ਪੀੜਤਾਂ ਦੇ ਨਾਮ ਜਨਤਕ ਕੀਤੇ ਨੇ। ਜੀ ਹਾਂ, ਸਸਕੈਚੁਆਨ ਤੋਂ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਉਸ ਸੰਬੰਧ ਵਿੱਚ RCMP ਵੱਲੋਂ ਪੀੜਤਾਂ ਦੇ ਨਾਮ ਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ। ਇਹ 10 ਜਣਿਆਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਕੁਝ ਹੋਰ ਜ਼ਖਮੀ ਵੀ ਹੋਏ ਸਨ। ਇਸ ਸੰਬੰਧ ਵਿੱਚ RCMP ਦਾ ਸਹਿਯੋਗ ਸਸਕੈਚੁਆਨ ਦੀ ਕਾਰਨਰਸ ਸਰਵਿਸ ਵੱਲੋਂ ਦਿੱਤਾ ਗਿਆ। RCMP ਵੱਲੋਂ ਜੋ ਨਾਮ ਦੱਸੇ ਗਏ ਉਹ ਕੁਝ ਇਸ ਪ੍ਰਕਾਰ ਹਨ: ਥਾਮਸ ਬਰਨਸ, ਜਿਸ ਦੀ ਉਮਰ 23 ਸਾਲ,
ਕੈਰੋਲ ਬਰਨਸ ਜਿਸ ਦੀ ਉਮਰ 46 ਸਾਲ, ਗ੍ਰੈਗਰੀ ਬਰਨਸ ਜਿਸ ਦੀ ਉਮਰ 28 ਸਾਲ, ਲੀਡੀਆ ਗਲੋਰੀਆ ਬਰਨਸ ਜਿਸ ਦੀ ਉਮਰ 61 ਸਾਲ, ਬੋਨੀ ਜਿਸ ਦੀ ਉਮਰ 48 ਸਾਲ, अर्ल ਜਿਸ ਦੀ ਉਮਰ 66 ਸਾਲ, ਲਾਨਾ ਹੈਡ ਜਿਸ ਦੀ ਉਮਰ 49 ਸਾਲ, ਕ੍ਰਿਸਟਨ ਹੈਡ ਜਿਸ ਦੀ ਉਮਰ 54 ਸਾਲ, ਰੌਬਰਟ ਜਿਸ ਦੀ ਉਮਰ 49 ਸਾਲ, ਵੈਸਲੀ ਜਿਸ ਦੀ ਉਮਰ 78 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵਿਭਾਗ ਵੱਲੋਂ ਹੁਣ ਇਸ ਬਾਰੇ ਤਾਜ਼ਾ ਅਪਡੇਟ ਦਿੱਤੀ ਗਈ ਹੈ। I'm going to try to piece together what I know because I was at the scene on Sunday with Brian, and we're going to talk a little bit about that, and some of it will be a little bit harsh to hear, but we're going to speak the truth. The third thing is the impact of what's happening to the other 3 children that are here with us today, and Brian and his family, and the support that we need for a GoFundMe page to help with some long-term trauma here. So that's kind of the 3-step process. I've got my communications person here, Sean. I'm not sure if there wants to be a scrum after, but I'm asking the media to be respectful of who I am. It's not about me. Please don't use my title. As far as I'm concerned, it's just a title. This is about our family. This is about the horrible, senseless act that took one of our family members away, 2 of our family members away. What I want to talk about is Bonnie Lee Goodvoice. She's a member of the Wahpeton Dakota First Nation. She was a Dakota woman. ਮੌਂਕੀਪੌਕਸ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਵੱਧ ਦਰਜ ਕੀਤੇ ਗਏ। ਵਿਸ਼ਵ ਸਿਹਤ ਸੰਗਠਨ ਲਗਾਤਾਰ ਇਸ ਬਾਰੇ ਜਾਣਕਾਰੀ ਦੇ ਰਿਹਾ ਹੈ। ਅਮਰੀਕਾ ਵਿੱਚ 20,000 ਤੋਂ ਵੱਧ ਇਸ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਵਿੱਚ ਮੌਂਕੀਪੌਕਸ ਵਾਇਰਸ ਦੇ ਮਾਮਲਿਆਂ ਦੀ ਕੀ ਸਥਿਤੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਇਸ ਵਾਇਰਸ ਨਾਲ ਜੁੜੇ ਹੋਏ 20,000 ਤੋਂ ਵੱਧ ਕੇਸਿਸ ਦਰਜ ਕੀਤੇ ਜਾ ਚੁੱਕੇ ਨੇ। ਜੀ ਹਾਂ, ਅਮਰੀਕਾ ਵਿੱਚ ਕੋਰੋਨਾ ਪੈਂਡੈਮਿਕ ਤੋਂ ਬਾਅਦ ਹੁਣ ਮੌਂਕੀਪੌਕਸ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦਿੱਤੇ ਨੇ। ਲਗਾਤਾਰ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਬਾਰੇ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਸ਼ਵ ਭਰ ਵਿੱਚ ਇਸ ਨਾਲ ਜੁੜੇ ਹੋਏ ਕਿੰਨੇ ਕੇਸਿਸ ਦੀ ਪੁਸ਼ਟੀ ਹੋ ਚੁੱਕੀ ਹੈ। ਪਿਛਲੇ ਦਿਨੀ ਹੀ ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸਿਆ ਗਿਆ ਸੀ ਕਿ ਪਹਿਲਾਂ ਦੇ ਮੁਕਾਬਲੇ ਇਹਨਾਂ ਕੇਸਿਸ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਅਮਰੀਕਾ ਤੋਂ ਜੋ ਖਬਰ ਸਾਹਮਣੇ ਆਈ, ਉੱਥੇ CDC ਨੇ ਦੱਸਿਆ ਹੈ ਕਿ ਦੇਸ਼ ਵਿੱਚ 20,000 ਤੋਂ ਵੱਧ ਇਸ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। CDC ਵੱਲੋਂ ਕੁਝ ਤਾਜ਼ਾ ਅੰਕੜੇ ਜਾਰੀ ਕੀਤੇ ਗਏ, ਜਿਸ ਵਿੱਚ ਦੱਸਿਆ ਗਿਆ ਕਿ ਅਮਰੀਕਾ ਅੰਦਰ ਮੌਂਕੀਪੌਕਸ ਦੇ 20,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। CDC ਦੇ ਇਹਨਾਂ ਅੰਕੜਿਆਂ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਕੇਸਿਸ ਦਰਜ ਕੀਤੇ ਗਏ, ਜਿਨ੍ਹਾਂ ਦੀ ਗਿਣਤੀ 3,833 ਦੇ ਕਰੀਬ ਦੱਸੀ ਗਈ। ਇਸ ਤੋਂ ਬਾਅਦ ਨਿਊਯਾਰਕ ਦੇ ਵਿੱਚ 3,526 ਤੇ ਫਲੋਰੀਡਾ ਵਿੱਚ 2,126 ਕੇਸਿਸ ਦਰਜ ਕੀਤੇ ਜਾ And the reason for that is because we are seeing this virus to continue to evolve quite rapidly. It's expected, as you've heard us say many, many times. We have BA.5 that is dominant. This is Omicron. This is part of Omicron. But even of the subvariant BA.5, there are dozens of subvariants of BA.5 that are circulating. So more than 90% of the sequences that have been shared in the last week alone are BA.5, but in some countries we have a predominance of BA.275, for example. So we don't have that level of predictability. And that will impact how we look at vaccines going forward. And there's a lot of discussion with our TAG-VE, our Technical Advisory Group for Virus Evolution, our technical advisory group that decides and advises WHO on vaccine composition, SAGE, as you just heard about in terms of looking at that. But we don't yet have that predictability. So, the short answer is we don't know yet. But we do know that there will be vaccines that are needed. And just a plug here that these vaccines continue to work incredibly well against preventing severe disease and death. The vaccines that were developed on the ancestral strain, the original virus that was circulating, continue to work. So getting vaccinated, making sure you receive all of the doses that you have remains critically important. As you heard the DG say today, most of the deaths that are being reported are avoidable, and this is because we have these vaccines that exist. ਜਸਟਿਨ ਬੀਬਰ ਵੱਲੋਂ ਆਪਣੇ ਵਰਲਡ ਟੂਰ ਨੂੰ ਅੱਗੇ ਪੋਸਟਪੋਨ ਕੀਤਾ ਗਿਆ ਹੈ। ਖੁਦ ਉਹਨਾਂ ਨੇ ਸੋਸ਼ਲ ਮੀਡੀਆ ਉੱਪਰ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਕਾਰਨ ਵੀ ਦੱਸਿਆ ਹੈ ਕਿ ਉਹਨਾਂ ਵੱਲੋਂ ਇਹ ਕਦਮ ਕਿਉਂ ਚੁੱਕਿਆ ਜਾ ਰਿਹਾ ਹੈ, ਆਖਿਰਕਾਰ ਆਪਣੇ ਸ਼ੋਜ਼ ਨੂੰ ਪੋਸਟਪੋਨ ਕਿਉਂ ਕੀਤਾ ਗਿਆ। ਜਸਟਿਨ ਬੀਬਰ ਵੱਲੋਂ ਆਪਣੇ ਵਰਲਡ ਟੂਰ ਨੂੰ ਅੱਗੇ ਪਾ ਦਿੱਤਾ ਹੈ।
ਇਸ ਦਾ ਕੀ ਕਾਰਨ ਹੈ, ਇਸ ਬਾਰੇ ਵੀ ਜਸਟਿਨ ਬੀਬਰ ਵੱਲੋਂ ਆਪਣੇ ਫੈਨਸ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਜਸਟਿਨ ਬੀਬਰ ਵੱਲੋਂ ਇੰਸਟਾਗ੍ਰਾਮ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਗਈ, ਜਿੱਥੇ ਉਸਨੇ ਦੱਸਿਆ ਕਿ ਉਹ ਆਪਣੇ ਟੂਰ ਨੂੰ ਅੱਗੇ ਪਾ ਰਿਹਾ ਹੈ। ਦੱਸ ਦਈਏ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਵੱਲੋਂ ਆਪਣੀ ਬਿਮਾਰੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦਾ ਅੱਧਾ ਚਿਹਰਾ ਪੈਰਾਲਾਈਜ਼ਡ ਹੋ ਚੁੱਕਿਆ ਹੈ। ਇਸੇ ਕਾਰਨ ਉਹਨਾਂ ਵੱਲੋਂ ਆਪਣੇ ਉਸ ਵੇਲੇ ਦੇ ਟੂਰ ਨੂੰ ਰੱਦ ਕੀਤਾ ਗਿਆ ਸੀ। ਇਸ ਬਾਰੇ ਜਸਟਿਨ ਬੀਬਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹ ਆਰਾਮ ਕਰਨ ਅਤੇ ਡਾਕਟਰ ਦੇ ਨਾਲ ਸਲਾਹ ਕਰਨ ਤੋਂ ਬਾਅਦ ਯੂਰਪ ਦੇ ਵਿੱਚ ਗਏ ਤਾਂ ਕਿ ਉਹ ਆਪਣੇ ਟੂਰ ਨੂੰ ਅੱਗੇ ਪੂਰਾ ਕਰ ਸਕਣ। ਉਹਨਾਂ ਵੱਲੋਂ 6 ਲਾਈਵ ਸ਼ੋਅ ਲਗਾਏ ਗਏ, ਪਰ ਜਸਟਿਨ ਬੀਬਰ ਇਸ ਦੇ ਨਾਲ ਖੁਸ਼ ਨਹੀਂ ਦਿਖਾਈ ਦਿੱਤੇ। ਹੁਣ ਕੁੱਲ ਮਿਲਾ ਕੇ 70 ਡੇਟਸ ਅੱਗੇ ਪਾ ਦਿੱਤੀਆਂ ਗਈਆਂ ਨੇ, ਜਿਸ ਬਾਰੇ ਖੁਦ ਜਸਟਿਨ ਬੀਬਰ ਨੇ ਹੀ ਜਾਣਕਾਰੀ ਸਾਂਝੀ ਕੀਤੀ ਹੈ। This syndrome called Ramsay-Hunt syndrome, and it is from this virus that attacks the nerve in my ear and my facial nerves and has caused my face to have paralysis. As you can see, this eye is not blinking. I can't smile on this side of my face. This nostril will not move. So there's full paralysis in this side of my face. So for those who are frustrated by my cancellations of the next shows, I'm just physically, obviously not capable of doing them. This is pretty serious, as you can see. I wish this wasn't the case, but obviously my body's telling me I gotta slow down, and I hope you guys understand, and I'll be using this time to just rest and relax and get back to 100% so that I can do what I was born to do. But in the meantime, this ain't it. I gotta go get my rest on so that I can get my face back to where it's supposed to be. I love you guys. Thanks for being patient with me. And I'm gonna get better. And I'm doing all these facial exercises to get my face back to normal. And it will go back to normal. ਸਨੋਰਕਲਿੰਗ ਕਰ ਰਹੀ ਔਰਤ ਦੇ ਉੱਪਰ ਇੱਕ ਸ਼ਾਰਕ ਵੱਲੋਂ ਹਮਲਾ ਕੀਤਾ ਗਿਆ। ਸ਼ਾਰਕ ਨੇ ਜਦੋਂ ਔਰਤ ਦੇ ਉੱਪਰ ਹਮਲਾ ਕੀਤਾ ਤਾਂ ਇਸ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਆਪਣੇ ਪਰਿਵਾਰ ਦੇ ਨਾਲ ਬਹਾਮਾਸ ਦੇ ਵਿੱਚ ਛੁੱਟੀਆਂ ਮਨਾਉਣ ਵਾਸਤੇ ਗਈ ਹੋਈ ਸੀ, ਜਿਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰਿਆ। ਸ਼ਾਰਕ ਅਟੈਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਮਾਮਲਾ ਬਹਾਮਾਸ ਨਾਲ ਜੁੜਿਆ ਹੋਇਆ ਹੈ, ਜਿੱਥੇ ਯੂਐਸ ਟੂਰਿਸਟ ਸ਼ਾਰਕ ਅਟੈਕ ਤੋਂ ਬਾਅਦ ਮ੍ਰਿਤਕ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਇਹ ਟੂਰਿਸਟ ਕਰੂਜ਼ ਸ਼ਿਪ ਦੇ ਉੱਪਰ ਸੀ, ਉਸ ਨਾਲ ਹਾਦਸਾ ਵਾਪਰਿਆ ਤੇ ਉਸ ਦੀ ਮੌਤ ਹੋ ਗਈ। ਇਸ ਪੈਸੇਂਜਰ ਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਵੱਲੋਂ ਸਨੋਰਕਲਿੰਗ ਕੀਤੀ ਜਾ ਰਹੀ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਸਨੋਰਕਲਿੰਗ ਕਰ ਰਿਹਾ ਸੀ, ਜਿਸ ਦੌਰਾਨ ਸ਼ਾਰਕ ਵੱਲੋਂ ਉਸ ਦੇ ਉੱਪਰ ਹਮਲਾ ਕੀਤਾ ਗਿਆ। ਹੁਣ ਇਸ ਮਾਮਲੇ ਸੰਬੰਧੀ ਰਾਇਲ ਬਹਾਮਾਸ ਪੁਲਿਸ ਫੋਰਸ ਸੁਪਰੀਟੈਂਡੈਂਟ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਦੱਸਣ ਮੁਤਾਬਕ ਇੱਕ ਔਰਤ ਅਤੇ ਉਸ ਦੀ ਮਾਂ ਪੈਂਸਿਲਵੇਨੀਆ ਤੋਂ ਇੱਥੇ ਬਹਾਮਾਸ ਵਿੱਚ ਆਏ ਹੋਏ ਸਨ। ਪਰਿਵਾਰ ਵੱਲੋਂ ਇੱਥੇ ਪ੍ਰਾਈਵੇਟ ਟੂਰ ਬੋਟ ਕੰਪਨੀ ਦੇ ਨਾਲ ਰਾਬਤਾ ਕਰਕੇ ਉਸ ਦੀ ਬੁਕਿੰਗ ਕੀਤੀ ਗਈ ਸੀ। ਇਹ ਬੋਟ ਉਹਨਾਂ ਨੂੰ ਸਨੋਰਕਲਿੰਗ ਵਾਸਤੇ ਲੈ ਕੇ ਗਈ। ਇਹ ਸਨੋਰਕਲਿੰਗ ਉਹਨਾਂ ਵੱਲੋਂ ਰੋਜ਼ ਆਈਲੈਂਡ ਦੇ ਨੇੜੇ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ 2 ਵਜੇ ਦੇ ਕਰੀਬ ਔਰਤ ਦੇ ਉੱਪਰ ਇੱਕ ਬੁੱਲ ਸ਼ਾਰਕ ਵੱਲੋਂ ਸਨੋਰਕਲਿੰਗ ਦੌਰਾਨ ਹਮਲਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਇਹ ਸਾਰਾ ਹਮਲਾ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਉਹਨਾਂ ਨੇ ਮਦਦ ਵਾਸਤੇ ਗੁਹਾਰ ਲਗਾਈ। ਟੂਰ ਕੰਪਨੀ ਦੇ ਸਟਾਫ ਮੈਂਬਰਸ ਵੱਲੋਂ ਮਦਦ ਕਰਨ ਸੰਬੰਧੀ ਔਰਤ ਨੂੰ ਉੱਪਰ ਖਿੱਚਿਆ। ਇਸ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਪੀੜਤ ਔਰਤ ਦੀ ਪਹਿਚਾਣ ਤਾਂ ਜਨਤਕ ਨਹੀਂ ਕੀਤੀ ਗਈ, ਪਰ ਅਧਿਕਾਰੀਆਂ ਵੱਲੋਂ ਇਸ ਬਾਰੇ ਹੁਣ ਤੱਕ ਦੀ ਜੋ ਅਪਡੇਟ ਦਿੱਤੀ ਗਈ ਤੁਹਾਨੂੰ ਇਸ ਖਬਰ ਦੇ ਵਿੱਚ ਦੱਸੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇੱਕ ਅੰਕੜਾ ਵੀ ਸਾਹਮਣੇ ਆਇਆ, ਜਿੱਥੇ ਦੱਸਿਆ ਗਿਆ ਕਿ ਪੂਰੇ ਵਿਸ਼ਵ ਦੇ ਵਿੱਚ ਪਿਛਲੇ ਸਾਲ
73 ਸ਼ਾਰਕ ਅਟੈਕ ਦੇ ਮਾਮਲੇ ਸਾਹਮਣੇ ਆਏ। ਨਸ਼ੇ ਸੰਬੰਧੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਉਹਨਾਂ ਵੱਲੋਂ 1 ਲੱਖ ਫੈਂਟਨਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਨਸ਼ਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ, ਜਿਸ ਬਾਰੇ ਬਾਰਡਰ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹੁਣ ਤੱਕ ਦੀ ਡਿਟੇਲ ਦੇ ਵਿੱਚ ਉਹਨਾਂ ਵੱਲੋਂ ਬਹੁਤੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ। ਬਾਰਡਰ ਆਫੀਸ਼ੀਅਲਸ ਵੱਲੋਂ ਐਰੀਜ਼ੋਨਾ ਵਿੱਚ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਉਹਨਾਂ ਵੱਲੋਂ ਵੱਡੀ ਮਾਤਰਾ ਵਿੱਚ ਫੈਂਟਨਲ ਪਿਲਸ ਬਰਾਮਦ ਕੀਤੀਆਂ ਗਈਆਂ ਤੇ ਨਾਲ ਹੀ ਆਈਸ ਚੈਸਟ ਵਿੱਚ ਲੁਕੋ ਕੇ ਰੱਖਿਆ 14 ਪਾਉਂਡ ਫੈਂਟਨਲ ਪਾਊਡਰ ਵੀ ਉਹਨਾਂ ਦੇ ਹੱਥ ਲੱਗਾ ਹੈ। ਇਸ ਮਾਮਲੇ ਸੰਬੰਧੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਆਫੀਸਰਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਨੋਗਾਲਸ ਪੋਰਟ ਆਫ ਐਂਟਰੀ ਦੇ ਉੱਪਰ ਉਹਨਾਂ ਵੱਲੋਂ 1,02,000 ਫੈਂਟਨਲ ਪਿਲਸ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 14 ਪਾਉਂਡ ਫੈਂਟਨਲ ਪਾਊਡਰ ਦੀ ਬਰਾਮਦਗੀ ਦੇ ਬਾਰੇ ਵੀ ਉਹਨਾਂ ਵੱਲੋਂ ਦੱਸਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਂਟਨਲ ਪਿਲਸ ਦੇ ਨਾਲ 31 ਪਾਉਂਡ ਕੋਕੇਨ ਵੀ ਆਈਸ ਚੈਸਟ ਦੇ ਵਿੱਚ ਲੁਕੋ ਕੇ ਰੱਖੀ ਗਈ ਸੀ। ਦੱਸ ਦਈਏ ਕਿ ਫੈਂਟਨਲ ਇੱਕ ਕਾਫੀ ਖਤਰਨਾਕ ਨਸ਼ਾ ਹੈ ਜੋ ਕਿ ਹੈਰੋਇਨ ਤੋਂ 50 ਗੁਣਾ ਵੱਧ ਸਟਰੋਂਗ ਹੁੰਦਾ ਹੈ। ਇਸ ਬਾਰੇ ਜੋ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਅੰਕੜਾ ਸਾਂਝਾ ਕੀਤਾ ਗਿਆ, ਉਸ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ ਇਸ ਕਾਰਨ 1 ਲੱਖ ਤੋਂ ਵੱਧ ਮੌਤਾਂ ਹੋ ਗਈਆਂ। ਅਧਿਕਾਰੀਆਂ ਵੱਲੋਂ ਅਜੇ ਇਸ ਮਾਮਲੇ ਸੰਬੰਧੀ ਬਹੁਤੀ ਜਾਣਕਾਰੀ ਤਾਂ ਸਾਂਝੀ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹ ਸਾਂਝੀ ਕਰਨਗੇ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਕਰੇਗਾ 4 ਲੱਖ ਤੋਂ ਵੱਧ ਪੀਆਰ ਦਾ ਸਵਾਗਤ। ਭਾਰਤ ਤੋਂ 68,000 ਤੋਂ ਵੱਧ ਲੋਕ ਪੀਆਰ। ਯਾਤਰੀਆਂ ਤੇ ਲਾਗੂ ਹੋਣਗੇ ਨਵੇਂ ਨਿਯਮ, ਮੁਆਵਜ਼ੇ ਬਾਰੇ ਕੀਤੇ ਗਏ ਬਦਲਾਅ। ਬੈਂਕ ਆਫ ਕੈਨੇਡਾ ਨੇ ਕੀਤਾ ਵਿਆਜ ਦਰਾਂ ਵਿੱਚ ਵਾਧਾ, ਵਿਆਜ ਦਰਾਂ ਵਧਾ ਕੇ 3.25% ਕੀਤੀਆਂ। ਆਈਫੋਨ 14 ਹੋਇਆ ਲਾਂਚ, ਜ਼ਬਰਦਸਤ ਫੀਚਰ ਕੀਤੇ ਗਏ ਸ਼ਾਮਿਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।